myself Sapna, bio lecturer, Convent Senior Secondary School for Boys, ਮੰਡੀ ਗੋਬਿੰਦਗੜ੍ਹ। ਅੱਜ ਆਪਾਂ ਕਰਾਂਗੇ ਚੈਪਟਰ 6 ਐਨਾਟਮੀ ਆਫ ਫਲਾਵਰਿੰਗ ਪਲਾਂਟਸ ਦੇ ਵਿੱਚ ਪਲਾਂਟ ਟਿਸ਼ੂਜ਼ ਮੈਰਿਸਟੈਮੈਟਿਕ ਐਂਡ ਪਰਮਾਨੈਂਟ। ਸਭ ਤੋਂ ਪਹਿਲਾਂ ਬੱਚਿਓ ਇਸ ਚੈਪਟਰ ਦਾ ਜਿਵੇਂ ਨਾਮ ਹੈ ਐਨਾਟਮੀ ਆਫ ਫਲਾਵਰਿੰਗ ਪਲਾਂਟਸ, ਅਤੇ ਸਭ ਤੋਂ ਪਹਿਲਾਂ ਆਪਾਂ ਦੇਖੀਏ ਐਨਾਟਮੀ ਕੀ ਹੈ। ਵਾਟ ਇਜ਼ ਪਲਾਂਟ ਐਨਾਟਮੀ? Anatomy is the branch of biology concerned with the study of internal structure of plants and their parts. Means bio ਦੀ ਉਹ branch ਜਿਹੜੀ ਕਿ plants ਦੇ internal structure ਤੇ ਉਹਨਾਂ ਦੇ parts ਬਾਰੇ study ਕੀਤੀ ਜਾਂਦੀ ਹੈ, ਜਿਹਦੇ ਵਿੱਚ ਉਸਨੂੰ ਆਪਾਂ plant anatomy ਕਹਿੰਦੇ ਹਾਂ। ਪਲਾਂਟ ਐਨਾਟਮੀ ਦੇ ਵਿੱਚ ਜਿਹੜਾ ਫਸਟ ਪਾਰਟ ਆਪਾਂ ਕਰਨਾ ਹੈ ਉਹ ਹੈ ਪਲਾਂਟ ਟਿਸ਼ੂਜ਼। ਅਤੇ ਸਭ ਤੋਂ ਪਹਿਲਾਂ ਆਪਾਂ ਦੇਖੀਏ ਟਿਸ਼ੂ ਕੀ ਹੁੰਦਾ ਹੈ। ਆਪਾਂ ਸਭ ਨੂੰ ਪਤਾ ਹੈ ਕਿ ਸੈੱਲ ਇਜ਼ ਦਾ ਬੇਸਿਕ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਲਾਈਫ। ਜਦੋਂ ਸੈੱਲਸ ਜਿਹੜੇ ਕਿ ਸਿਮਿਲਰ ਹੈ ਸਟਰਕਚਰ ਦੇ ਵਿੱਚ, ਉਹ ਇਕੱਠੇ ਹੋ ਜਾਂਦੇ ਆ ਔਰ ਇਕੱਠੇ ਕੋਈ ਫੰਕਸ਼ਨ ਪਰਫੋਰਮ ਕਰਦੇ ਆ, ਉਹਨੂੰ ਆਪਾਂ ਟਿਸ਼ੂ ਕਹਿੰਦੇ ਆ। A group of cells similar in structure that work together to perform a particular functions are known as tissue. ਹੁਣ ਇੱਥੇ ਆਪਾਂ ਕਰਨੇ ਆ plant tissues। ਤੇ plant tissues ਜਿਹੜੇ ਹੈ ਉਹ ਦੋ ਟਾਈਪਸ ਦੇ ਹੈ, ਮੈਰਿਸਟੈਮੈਟਿਕ ਐਂਡ ਪਰਮਾਨੈਂਟ। ਸਭ ਤੋਂ ਪਹਿਲਾਂ ਇਹਦੇ 'ਚ ਆਪਾਂ ਦੇਖੀਏ ਮੈਰਿਸਟੈਮੈਟਿਕ ਟਿਸ਼ੂ। ਮੈਰਿਸਟੈਮੈਟਿਕ ਟਿਸ਼ੂ ਅੱਗੇ ਆਪਣੇ ਕੋਲ ਤਿੰਨ ਟਾਈਪਸ ਦਾ ਹੈ, ਐਪੀਕਲ ਮੈਰਿਸਟੈਮ, ਇੰਟਰਕੈਲਰੀ ਮੈਰਿਸਟੈਮ, ਲੇਟਰਲ ਮੈਰਿਸਟੈਮ। ਇਸੇ ਤਰ੍ਹਾਂ ਪਰਮਾਨੈਂਟ ਟਿਸ਼ੂ ਹੈ, ਉਹਦੀਆਂ ਵੀ ਅੱਗੇ ਸਬ ਟਾਈਪਸ ਹੈ, ਸਿੰਪਲ ਪਰਮਾਨੈਂਟ ਐਂਡ ਕੰਪਲੈਕਸ ਪਰਮਾਨੈਂਟ। ਇਹਦੇ 'ਚ ਆਪਾਂ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਮੈਰਿਸਟੈਮੈਟਿਕ ਟਿਸ਼ੂਜ਼। ਮੈਰਿਸਟੈਮੈਟਿਕ ਟਿਸ਼ੂ ਇਹ ਹੈ ਵਰਡ ਮੈਰਿਸਟੈਮ ਤੋਂ ਓਰੀਜੀਨੇਟ ਹੋਇਆ। ਮੈਰਿਸਟੈਮ ਕੀ ਹੈ? ਮੈਰਿਸਟੈਮ ਪਲਾਂਟਸ ਦਾ ਉਹ ਪਾਰਟ ਹੈ ਜਿਹੜਾ ਕਿ ਐਕਟਿਵਲੀ ਡਿਵਾਈਡਿੰਗ ਪਾਰਟ ਹੈ, ਜਿਹਦੇ 'ਚ ਸੈੱਲ ਡਿਵੀਜ਼ਨ ਬਹੁਤ ਐਕਟਿਵਲੀ ਚੱਲ ਰਹੀ ਹੈ। ਇਹ ਜਿਹੜਾ ਹੈ ਆਪਣੇ ਕੋਲ ਮੈਰਿਸਟੈਮ, ਇਹਨੂੰ ਆਪਾਂ ਤਿੰਨ ਪਾਰਟਸ ਡਿਵਾਈਡ ਕਰਦੇ ਹਾਂ, ਐਪੀਕਲ ਮੈਰਿਸਟੈਮ, ਇੰਟਰਕੈਲਰੀ ਮੈਰਿਸਟੈਮ ਐਂਡ ਲੇਟਰਲ ਮੈਰਿਸਟੈਮ। ਜਿਹੜਾ ਐਪੀਕਲ ਮੈਰਿਸਟੈਮ ਹੈ ਇਹਦੇ ਵਿੱਚ ਇਹ रूट एपैक्स और शूट एपैक्स ਤੇ ਹੁੰਦਾ। ਬੇਸਿਕਲੀ ਇਹ ਕਾਹਦੇ ਲਈ ਹੈ? ਜਿਨ੍ਹਾਂ ਪਲਾਂਟਸ ਦੇ ਉਹਨਾਂ ਪਾਰਟਸ ਨੇ ਜਿਨ੍ਹਾਂ ਨੇ ਗਰੋ ਕਰਨਾ ਹੈ ਹਾਈਟ ਦੇ ਵਿੱਚ, ਚਾਹੇ ਉਹ ਰੂਟ ਹੈ ਜਿਹਨੇ ਲੈਂਥ ਵਿੱਚ ਗਰੋ ਕਰਨਾ ਹੈ, ਚਾਹੇ ਉਹ ਸ਼ੂਟ ਹੈ ਜਾਂ ਸਟੈਮ ਹੈ ਜਿਹਨੇ ਹਾਈਟ ਦੇ ਵਿੱਚ ਗਰੋ ਕਰਨਾ ਹੈ, ਉਹਨੂੰ ਐਪੀਕਲ ਮੈਰਿਸਟੈਮ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਇੱਥੇ ਹੈ ਇੰਟਰਕੈਲਰੀ ਮੈਰਿਸਟੈਮ। ਇੰਟਰਕੈਲਰੀ ਮੈਰਿਸਟੈਮ ਜਦੋਂ ਬ੍ਰਾਂਚਿਸ ਨੂੰ, ਬ੍ਰਾਂਚਿੰਗ ਪਾਰਟ ਹੈ ਟਰੀਜ਼ ਦਾ, ਪਲਾਂਟਸ ਦਾ, ਉੱਥੇ ਇੰਟਰਕੈਲਰੀ ਮੈਰਿਸਟੈਮ ਹੈ। ਇਹ ਬੇਸਿਕਲੀ ਲੀਵਸ ਦੇ ਬੇਸ 'ਤੇ, ਠੀਕ ਹੈ, ਇੰਟਰਨੋਡਸ ਦੇ ਵਿੱਚ ਉੱਥੇ ਹੋਏਗਾ। ਥਰਡ ਹੈ ਲੇਟਰਲ ਮੈਰਿਸਟੈਮ, ਜਿਹੜਾ ਕਿ ਤੁਸੀਂ ਦੇਖ ਰਹੇ ਹੋ। ਲੇਟਰਲ ਮੈਰਿਸਟੈਮ ਜਿਹੜਾ ਹੈ ਇਹ ਕਿਸੇ ਵੀ ਪਲਾਂਟ ਦਾ ਡਾਇਮੀਟਰ ਇਨਕਰੀਜ਼ ਕਰਨ 'ਚ ਹੈਲਪ ਕਰਦਾ ਹੈ। ਦੇਖੋ ਐਪੀਕਲ ਮੈਰਿਸਟੈਮ ਜਿਹੜਾ ਕਿ ਟਿਪਸ 'ਤੇ ਹੈ, ਰੂਟਸ ਐਂਡ ਸ਼ੂਟਸ 'ਤੇ। ਇਸੇ ਤਰ੍ਹਾਂ ਇੰਟਰਕੈਲਰੀ ਮੈਰਿਸਟੈਮ ਇਹ ਮੈਚਿਓਰ ਟਿਸ਼ੂਜ਼ ਦੇ ਵਿੱਚ ਆ ਜਾਂਦਾ, ਜਿਹੜਾ ਕਿ ਬ੍ਰਾਂਚਿੰਗ ਕਰੇਗਾ। ਔਰ ਲੇਟਰਲ ਮੈਰਿਸਟੈਮ ਜਿਹੜਾ ਹੈ ਇਹ ਰੂਟਸ ਔਰ ਸ਼ੂਟਸ ਦੇ ਮੈਚਿਓਰ ਰੀਜਨ ਦੇ ਵਿੱਚ ਹੈ। ਇਹਦੇ ਵਿੱਚੋਂ ਜਿਹੜਾ ਐਪੀਕਲ ਮੈਰਿਸਟੈਮ ਹੈ ਇਹ ਸਭ ਤੋਂ ਪ੍ਰਾਇਮਰੀ ਮੈਰਿਸਟੈਮ ਹੈ, ਮਤਲਬ ਪ੍ਰਾਇਮਰੀ ਡਿਵਾਈਡਿੰਗ ਟਿਸ਼ੂ ਹੈ ਜਿਹੜਾ ਕਿ ਪਲਾਂਟ ਦੀ ਲੈਂਥ ਨੂੰ ਇਨਕਰੀਜ਼ ਕਰਦਾ ਹੈ। ਇਸੇ ਤਰ੍ਹਾਂ ਇੰਟਰਕੈਲਰੀ ਮੈਰਿਸਟੈਮ ਇਹ ਵੀ ਪ੍ਰਾਇਮਰੀ ਮੈਰਿਸਟੈਮ ਦਾ ਹੀ ਪਾਰਟ ਹੈ। ਇਹ ਬ੍ਰਾਂਚਿੰਗ ਔਰ ਫਲਾਵਰਿੰਗ ਦੇ ਵਿੱਚ ਜਿਹੜਾ ਹੈ ਇਨਕਰੀਜ਼ ਕਰੇਗਾ ਪਲਾਂਟ ਨੂੰ। ਇਸੇ ਤਰ੍ਹਾਂ ਲੇਟਰਲ ਮੈਰਿਸਟੈਮ ਜਿਹੜਾ ਹੈ ਇਹ ਸੈਕੰਡਰੀ ਮੈਰਿਸਟੈਮ ਹੈ। ਮੀਨਸ ਮੈਰਿਸਟੈਮਸ ਨੂੰ ਅਗਰ ਆਪਾਂ ਪ੍ਰਾਇਮਰੀ ਔਰ ਸੈਕੰਡਰੀ ਦੇ ਵਿੱਚ ਡਿਵਾਈਡ ਕਰੀਏ ਤਾਂ ਐਪੀਕਲ ਮੈਰਿਸਟੈਮ ਔਰ ਇੰਟਰਕੈਲਰੀ ਮੈਰਿਸਟੈਮ ਪ੍ਰਾਇਮਰੀ ਮੈਰਿਸਟੈਮ ਦਾ ਪਾਰਟ ਹਨ ਔਰ ਲੇਟਰਲ ਮੈਰਿਸਟੈਮ ਸੈਕੰਡਰੀ ਮੈਰਿਸਟੈਮ ਦੇ ਅੰਡਰ ਆਉਂਦਾ ਹੈ। ਲੇਟਰਲ ਮੈਰਿਸਟੈਮ ਜਿਹੜਾ ਹੈ ਇਹ ਪ੍ਰਾਇਮਰੀ ਤੋਂ ਬਾਅਦ ਵਿੱਚ, ਮੀਨਸ ਐਪੀਕਲ ਔਰ ਇੰਟਰਕੈਲਰੀ ਮੈਰਿਸਟੈਮ ਦੇ ਓਰੀਜਨ ਤੋਂ ਬਾਅਦ ਵਿੱਚ ਜਿਹੜਾ ਹੈ ਲੇਟਰਲ ਮੈਰਿਸਟੈਮ ਅਪੀਅਰ
ਹੋਏਗਾ, ਜਿਹੜਾ ਕਿ ਅੱਗੇ ਜਾ ਕੇ ਸੈਕੰਡਰੀ ਗਰੋਥ ਕਰਦਾ ਹੈ। ਇਹ ਦੇਖੋ ਡਾਇਗਰਾਮ ਵਿੱਚ ਕਲੀਅਰ ਹੈ। ਸ਼ੂਟ ਅਪੈਕਸ ਹੈ, ਮੀਨ ਸਟੈਮ ਦਾ ਅਪਰ ਪਾਰਟ, ਐਪੀਕਲ ਮੈਰਿਸਟੈਮ ਜਿੱਥੋਂ ਪਲਾਂਟ ਦੀ ਹਾਈਟ ਜਿਹੜੀ ਹੈ ਵਧਣੀ ਹੈ, ਇੰਟਰਕੈਲਰੀ ਮੈਰਿਸਟੈਮ ਜਿੱਥੋਂ ਬ੍ਰਾਂਚਿੰਗ ਹੋਣੀ ਹੈ, ਔਰ ਲੇਟਰਲ ਮੈਰਿਸਟੈਮ ਜਿੱਥੋਂ ਪਲਾਂਟ ਦਾ ਡਾਇਆਮੀਟਰ ਜਿਹੜਾ ਹੈ ਉਹ ਸਾਈਜ਼ ਦੇ ਵਿੱਚ ਇਨਕਰੀਜ਼ ਹੋਏਗਾ। ਇਹ ਦੇਖੋ, ਇਹ ਵੀ ਪੋਜੀਸ਼ਨ ਆਫ ਮੈਰਿਸਟੈਮਸ ਸ਼ੋ ਕਰ ਰਹੀ ਹੈ ਇਸ ਡਾਇਗਰਾਮ ਦੇ ਵਿੱਚ। ਅਪਰ ਹੈ ਐਪੀਕਲ ਮੈਰਿਸਟੈਮ, ਉਸ ਤੋਂ ਬਾਅਦ ਬ੍ਰਾਂਚਿੰਗ ਹੈ ਜਿੱਥੇ ਇੰਟਰਨੋਡਸ ਆ ਗਏ, ਇੰਟਰਕੈਲਰੀ ਮੈਰਿਸਟੈਮ, ਔਰ ਪਲਾਂਟ ਦਾ ਡਾਇਆਮੀਟਰ ਇਨਕਰੀਜ਼ ਕਰਨ ਲਈ ਲੇਟਰਲ ਮੈਰਿਸਟੈਮ। ਉੱਪਰ ਵਾਲੇ ਦੋਨੋਂ ਐਪੀਕਲ ਔਰ ਇੰਟਰਕੈਲਰੀ ਪ੍ਰਾਇਮਰੀ ਮੈਰਿਸਟੈਮ ਦਾ ਪਾਰਟ ਹੈ, ਔਰ ਲੇਟਰਲ ਮੈਰਿਸਟੈਮ ਜਿਹੜਾ ਹੈ ਉਹ ਸੈਕੰਡਰੀ ਮੈਰਿਸਟੈਮ ਦੇ ਅੰਡਰ ਆਉਂਦਾ ਹੈ। ਉਸ ਤੋਂ ਬਾਅਦ ਹੈ ਆਪਣੇ ਕੋਲ ਨੈਕਸਟ ਆਪਾਂ ਕਰਨਾ ਹੈ ਪਰਮਾਨੈਂਟ ਟਿਸ਼ੂ। ਜਿਹੜਾ ਮੈਰਿਸਟਮੈਟਿਕ ਟਿਸ਼ੂ ਹੈ ਇਹਦੇ 'ਚ ਆਪਾਂ ਦੇਖੀਏ ਕਿ ਮੈਰਿਸਟਮੈਟਿਕ ਟਿਸ਼ੂ ਦੇ ਵਿੱਚ ਉਹ ਟਿਸ਼ੂ ਆਉਂਦਾ ਹੈ ਜਿਸ ਦੇ ਵਿੱਚ ਸੈੱਲ ਡਿਵਾਈਡ ਕਰੀ ਜਾ ਰਹੇ ਹੈ, ਰਿਪੀਟਡਲੀ ਡਿਵਾਈਡ ਹੋ ਰਹੇ ਹੈ। ਇਹ ਸੈਲਸ ਅਨਡਿਫਰੈਂਸ਼ੀਏਟਿਡ ਹੁੰਦੇ ਹੈ, ਸਮੌਲ ਹੁੰਦੇ ਹੈ, ਔਰ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਇੰਟਰਸੈਲੂਲਰ ਸਪੇਸ ਜਿਹੜੀ ਹੈ ਉਹ ਨਹੀਂ ਹੁੰਦੀ, ਜਨਰਲੀ ਐਬਸੈਂਟ ਹੁੰਦੀ ਹੈ, ਨਾ ਹੀ ਕੋਈ ਵੈਕਿਊਲਸ ਹੁੰਦੇ ਹੈ। ਔਰ ਜੇ ਅਸੀਂ ਦੇਖੀਏ ਕਿ ਜੋ ਪਰਮਾਨੈਂਟ ਟਿਸ਼ੂ ਹੈ ਉਹ ਕਿਵੇਂ ਡਿਫਰੈਂਟ ਹੈ ਮੈਰਿਸਟਮੈਟਿਕ ਨਾਲੋਂ। ਪਰਮਾਨੈਂਟ ਟਿਸ਼ੂਜ਼ ਦੇ ਵਿੱਚ ਉਹ ਸੈਲਸ ਹਨ ਜੋ ਕਿ ਮੈਰਿਸਟਮੈਟਿਕ ਟਿਸ਼ੂ ਤੋਂ ਹੀ ਬਣੇ ਹਨ, ਲੇਕਿਨ ਮੈਚਿਓਰ ਹੋ ਚੁੱਕੇ ਹਨ, ਅੱਗੇ ਡਿਵਾਈਡ ਨਹੀਂ ਹੋ ਰਹੇ। ਔਰ ਪਰਮਾਨੈਂਟ ਟਿਸ਼ੂ ਦੇ ਸੈਲਸ ਜਿਹੜੇ ਹੈ ਫੁੱਲੀ ਡਿਫਰੈਂਸ਼ੀਏਟਿਡ ਹਨ। ਡਿਫਰੈਂਸ਼ੀਏਟਿਡ ਮੀਨਸ ਇਹ ਫੁੱਲੀ ਫਿਕਸਡ ਹੋ ਚੁੱਕੇ ਹਨ ਕਿ ਸੈੱਲ ਨੇ ਕੀ ਕੰਮ ਕਰਨਾ ਹੈ। ਇਹਨਾਂ ਦਾ ਸਾਈਜ਼ ਔਰ ਸ਼ੇਪ ਦੋਨੋਂ ਹੀ ਸਭ ਦੀ ਅਲੱਗ-ਅਲੱਗ ਹੁੰਦੀ ਹੈ ਪਰਮਾਨੈਂਟ ਟਿਸ਼ੂ ਦੇ ਵਿੱਚ। ਔਰ ਇੰਟਰਸੈਲੂਲਰ ਸਪੇਸਿਸ ਜਿਹੜੀਆਂ ਹੈ ਸੈਲਸ ਦੇ ਵਿੱਚ ਜਿਹੜੀਆਂ ਸਪੇਸਿਸ ਹੈ ਉਹ ਪ੍ਰੈਜ਼ੈਂਟ ਹੈ, ਔਰ ਮੈਚਿਓਰ ਸੈਲਸ ਦੇ ਵਿੱਚ ਵੈਕਿਊਲਸ ਵੀ ਹੁੰਦੇ ਆ, ਸਮਟਾਈਮਸ ਵੈਰੀ ਲਾਰਜ ਹੁੰਦੇ ਆ। ਇਹ ਹੈ ਹੁਣ ਪਰਮਾਨੈਂਟ ਟਿਸ਼ੂ ਦੀਆਂ ਟਾਈਪਸ। ਪਰਮਾਨੈਂਟ ਟਿਸ਼ੂ ਦੇ ਵਿੱਚ ਆਪਣੇ ਕੋਲ ਦੋ ਟਾਈਪਸ ਹਨ, ਸਿੰਪਲ ਪਰਮਾਨੈਂਟ ਟਿਸ਼ੂ ਐਂਡ ਕੰਪਲੈਕਸ ਪਰਮਾਨੈਂਟ ਟਿਸ਼ੂ। ਸਿੰਪਲ ਟਿਸ਼ੂ ਅੱਗੇ 3 ਪਾਰਟਸ ਦੇ ਵਿੱਚ ਡਿਵਾਈਡਡ ਹੈ, ਪੇਰੇਨਕਾਈਮਾ, ਕੋਲਿਨਕਾਈਮਾ, ਸਕਲੇਰਨਕਾਈਮਾ। ਤੇ ਕੰਪਲੈਕਸ ਪਰਮਾਨੈਂਟ ਟਿਸ਼ੂ ਜ਼ਾਈਲਮ ਤੇ ਫਲੋਇਮ। ਸਭ ਤੋਂ ਪਹਿਲਾਂ ਆਪਾਂ ਦੇਖੀਏ ਸਿੰਪਲ ਔਰ ਕੰਪਲੈਕਸ ਦੇ ਵਿੱਚ ਕੀ ਡਿਫਰੈਂਟ ਹੈ। ਪਰਮਾਨੈਂਟ ਟਿਸ਼ੂ ਦੇ ਵਿੱਚ ਜਿਹੜਾ ਸਿੰਪਲ ਟਿਸ਼ੂ ਹੈ ਇਹ ਉਹ ਟਿਸ਼ੂ ਹੈ ਜਿਹੜੇ ਆਪਣੇ ਕੋਲ ਸਿੰਗਲ ਲੇਅਰ ਆਫ ਸੈਲਸ ਹੈ, ਜਿਹੜੇ ਕਿ ਓਨਲੀ 1 ਟਾਈਪ ਆਫ ਸੈਲਸ ਜਿਹੜੇ ਹੈ ਇਹਦੇ ਵਿੱਚ ਪ੍ਰੈਜ਼ੈਂਟ ਹੋਣਗੇ। ਔਰ ਇਹਦੇ ਅੱਗੇ ਆਪਣੇ ਕੋਲ 3 ਟਾਈਪਸ ਹੈ। ਸਭ ਤੋਂ ਪਹਿਲਾਂ ਪੇਰੇਨਕਾਈਮਾ। ਸਿੰਪਲ ਪਰਮਾਨੈਂਟ ਟਿਸ਼ੂ ਦੇ ਵਿੱਚ ਦੇਖੋ ਸਭ ਤੋਂ ਫਸਟ ਡਾਇਗਰਾਮ ਪੇਰੇਨਕਾਈਮਾ। ਪੇਰੇਨਕਾਈਮੇਟਸ ਸੈਲਸ ਜਿਹੜੇ ਹੈ ਇਹ ਜਿਹੜੇ ਸੈਲਸ ਹੈ ਇਹ ਜਨਰਲੀ ਕੀ ਹੈ ਆਪਣੇ ਕੋਲ ਸਫੈਰਿਕਲ ਵੀ ਹੋ ਸਕਦੇ ਹੈ, ਓਵਲ, ਰਾਊਂਡ, ਪੋਲੀਗੋਨਲ ਹੋ ਸਕਦੇ ਹੈ। ਇਹਨਾਂ ਦੀਆਂ ਵਾਲਸ ਥਿਨ ਹੁੰਦੀਆਂ ਔਰ ਇਹ ਸੈਲੂਲੋਜ਼ ਦੀਆਂ ਬਣੀਆਂ ਹੁੰਦੀਆਂ, ਠੀਕ ਹੈ। ਇਹ ਸੈਲਸ ਜਿਹੜੇ ਹੈ ਬਹੁਤ ਕਲੋਜ਼ਲੀ ਪੈਕਡ ਹੈ, ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਇੰਟਰਸੈਲੂਲਰ ਸਪੇਸਿਸ ਜਿਹੜੀਆਂ ਉਹ ਬਹੁਤ ਘੱਟ ਹੈ। ਪੇਰੇਨਕਾਈਮੇਟਸ ਟਿਸ਼ੂ ਦਾ ਮੇਨ ਫੰਕਸ਼ਨ ਜਿਹੜਾ ਹੈ ਉਹ ਕੀ ਹੈ, ਫੋਟੋਸਿੰਥੇਸਿਸ, ਸਟੋਰੇਜ ਜਾਂ ਸਿਕਰੀਸ਼ਨ। ਤੁਸੀਂ ਇਹਦੇ ਨਾਮ ਤੋਂ ਹੀ ਵੈਸੇ ਕਲੀਅਰ ਹੈ, ਪੇਰੇਨਕਾਈਮਾ ਮੀਨਸ ਪੇਰੈਂਟ ਸੈਲਸ। ਇਹ ਸੈਲਸ ਬੇਸਿਕ ਸੈਲਸ ਹੈ ਜਿਹੜੇ ਕਿ ਬਾਕੀ ਸੈਲਸ ਨੂੰ ਵੀ ਅੱਗੇ ਓਰੀਜੀਨੇਟ ਕਰਨ 'ਚ ਹੈਲਪ ਕਰਦੇ ਹੈ। ਨੈਕਸਟ ਹੈ ਕੋਲਿਨਕਾਈਮਾ ਸੈਲਸ। ਕੋਲਿਨਕਾਈਮਾ ਸੈਲਸ ਦੇਖੋ ਸੈਂਟਰ ਵਾਲੀ ਜਿਹੜੀ ਡਾਇਗਰਾਮ ਹੈ ਇਹ ਕੋਲਿਨਕਾਈਮਾ ਸੈਲਸ ਦੀ ਹੈ। ਕੋਲਿਨਕਾਈਮਾ ਸੈਲਸ ਜਿਹੜੇ ਹੈ ਇਹ ਨੋਰਮਲੀ ਪੈਚਿਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ, ਠੀਕ ਹੈ। ਔਰ ਇਹ ਸੈਲਸ ਕਾਰਨਰ ਤੋਂ ਬਹੁਤ ਥਿਕ ਹੁੰਦੇ ਆ। ਇਹਨਾਂ ਦੀ ਥਿਕਨਿੰਗ ਕਿਉਂ ਹੈ, ਕਿਉਂਕਿ ਇੱਥੇ ਕੀ ਹੈ ਸੈਲੂਲੋਜ਼, ਹੈਮੀ ਸੈਲੂਲੋਜ਼ ਅਤੇ ਪੈਕਟਿਨ ਦੀ ਡਿਪੋਜੀਸ਼ਨ ਹੈ। ਜਿਹੜੇ ਪਹਿਲਾਂ ਪੇਰੇਨਕਾਈਮਾ ਸੈਲ ਸੀ ਉਹ ਸੈਲੂਲੋਜ਼ ਤੋਂ ਬਣੇ ਹੋਏ ਸੀ, ਲੇਕਿਨ ਜਿਹੜੇ ਕੋਲਿਨਕਾਈਮਾ ਸੈਲਸ ਹੈ ਇਹਨਾਂ ਦੀ ਕਾਰਨਰਸ ਦੇ ਉੱਪਰ ਇਹ ਬਹੁਤ ਥਿਕਨਡ ਹੁੰਦੇ ਹੈ, ਜਿੱਥੇ ਕਿ ਇਹ ਸੈਲੂਲੋਜ਼, ਹੈਮੀ ਸੈਲੂਲੋਜ਼ ਔਰ ਪੈਕਟਿਨ ਦੇ ਬਣੇ ਹੋਏ ਹੈ। ਇਹ ਜਿਹੜੇ ਸੈਲਸ ਹੈ ਕੋਲਿਨਕਾਈਮੇਟਸ ਸੈਲਸ ਇਹ ਵੀ ਇਹਨਾਂ ਦੀ ਸ਼ੇਪ ਵੀ ਓਵਲ, ਸਫੈਰਿਕਲ ਜਾਂ ਪੋਲੀਗੋਨਲ ਹੋ ਸਕਦੀ ਹੈ, ਅਤੇ ਇਹਨਾਂ ਵਿੱਚ ਅਕਸਰ ਹੀ ਕਲੋਰੋਪਲਾਸਟ ਵੀ ਪ੍ਰੈਜ਼ੈਂਟ ਹੁੰਦਾ ਹੈ। ਇਹਨਾਂ ਸੈਲਸ ਦਾ ਮੇਨ ਫੰਕਸ਼ਨ ਹੈ ਪਲਾਂਟ ਨੂੰ ਸਪੋਰਟ ਕਰਨਾ, ਮਕੈਨੀਕਲ ਸਪੋਰਟ, ਮਕੈਨੀਕਲ ਸਟਰੈਂਥ ਜਿਹੜੀ ਦੇਣੀ ਹੈ ਉਹ ਪਲਾਂਟ ਨੂੰ ਕੋਲਿਨਕਾਈਮੇਟਸ ਸੈਲ ਦਿੰਦੇ ਆ। ਤੁਸੀਂ ਦੇਖਦੇ ਹੋ ਕੋਈ ਵੀ ਪਲਾਂਟ ਹੈ ਉਹ ਬਿਲਕੁਲ ਸਟ੍ਰੇਟ ਜਿਹੜਾ ਹੈ ਖੜਾ ਰਹਿੰਦਾ ਹੈ। ਪਲਾਂਟ ਕਿਸ ਤਰ੍ਹਾਂ ਖੜਾ ਰਹਿੰਦਾ ਹੈ, ਕਿਉਂਕਿ ਉਹਦੇ ਵਿੱਚ ਜਿਹੜੀ ਮਕੈਨੀਕਲ ਸਪੋਰਟ ਦੇਣ ਲਈ, ਉਹਨੂੰ ਸਟੈਂਡਿੰਗ ਸਟਿਲ ਦੇ ਲਈ ਉਹਦੇ ਵਿੱਚ ਜਿਹੜੇ ਸੈਲਸ ਹੈ ਕੋਲਿਨਕਾਈਮੇਟਸ ਸੈਲਸ ਹੈ। ਨੈਕਸਟ ਹੈ ਥਰਡ ਟਾਈਪ ਸਕਲੇਰਨਕਾਈਮਾ।
ਸਕਲੀਰਨਕਾਈਮੇਟਸ ਸੈਲਸ ਜਿਹੜੇ ਹੈ ਇਹ ਲੌਂਗ ਹੋ ਸਕਦੇ ਹੈ, ਨੈਰੋ ਹੋ ਸਕਦੇ ਹੈ, ਠੀਕ ਹੈ। ਔਰ ਅਗਰ ਆਪਾਂ ਇਹਨਾਂ ਨੂੰ ਦੇਖੀਏ ਤਾਂ ਇਹਨਾਂ ਦੇ ਵਿੱਚ ਜਿਹੜੇ ਹੈ ਆਪਣੇ ਕੋਲ ਇਹ ਦੋ ਤਰ੍ਹਾਂ ਦੇ ਹੁੰਦੇ ਆ, ਫਾਈਬਰਸ ਔਰ ਸਕਲੀਰੀਡਸ। ਤੁਸੀਂ ਇਹਦੇ 'ਚ ਦੇਖ ਰਹੇ ਹੋ ਸਕਲੀਰਨਕਾਈਮਾ ਦੇ ਵਿੱਚ ਦੋ ਡਾਇਗਰਾਮਸ ਦਿਖ ਰਹੀਆਂ ਤੁਹਾਨੂੰ। ਜਿਹੜੀ ਫਸਟ ਹੈ ਉਹ ਫਾਈਬਰਸ ਦੀ ਹੈ ਔਰ ਸੈਕਿੰਡ ਵਾਲੀ ਸਕਲੀਰੀਡਸ ਦੀ ਹੈ। ਫਾਈਬਰਸ ਜਿਹੜੀਆਂ ਹੈ ਆਪਣੇ ਕੋਲ ਪੁਆਇੰਟਡ ਸੈਲਸ ਹੁੰਦੇ ਹੈ, ਥਿਕ ਵॉल्ड ਹੈ, ਔਰ ਸਕਲੀਰੀਡਸ ਜਿਹੜੇ ਹੈ ਇਹ ਸਫੈਰਿਕਲ ਹੈ। ਇਹਨਾਂ ਦੀ ਖਾਸੀਅਤ ਕੀ ਹੈ, ਜਿਹੜੇ ਸਕਲੀਰਨਕਾਈਮੇਟਸ ਸੈਲਸ ਹੈ ਇਹ ਹਾਈਲੀ ਥਿਕਨਡ ਹੁੰਦੇ ਆ ਔਰ ਇਹ ਡੈਡ ਸੈਲਸ ਹੁੰਦੇ ਆ। ਔਰ ਇਹ ਸੈਲਸ ਜਿਹੜੇ ਹੈ ਤਿੰਨੋਂ ਸੈਲਸ ਦੇ ਵਿੱਚੋਂ ਸਕਲੀਰਨਕਾਈਮੇਟਸ ਸੈਲਸ ਜਿਹੜੀਆਂ ਇਹ ਡੈਡ ਸੈਲਸ ਹੈ। ਔਰ ਇਹਨਾਂ ਦਾ ਮੇਨ ਕੰਮ ਕੀ ਹੈ, ਇਹ ਮਕੈਨੀਕਲ ਸਪੋਰਟ ਦੇ ਰਹੇ ਹੈ ਆਰਗਨਸ ਨੂੰ। ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਫਰੂਟਸ ਹੈ ਪਲਾਂਟਸ ਦੇ ਉੱਪਰ ਲੱਗੇ ਹੋਏ ਹੈ, ਕਿਸ ਤਰ੍ਹਾਂ ਉਹ ਇੱਕ ਪਲਾਂਟ ਜਿਹੜਾ ਇੱਕ ਡੈਲੀਕੇਟ ਜਿਹਾ ਪਲਾਂਟ, ਛੋਟਾ ਜਿਹਾ ਪਲਾਂਟ, ਟੋਮੈਟੋ ਵੀ ਉਹਦੇ 'ਤੇ ਲੱਗੇ ਹੋਏ ਹੈ, ਹੈ ਨਾ। ਤਾਂ ਉਹ ਕਿਸ ਤਰ੍ਹਾਂ ਉਹਨੂੰ ਹੈਂਡਲ ਕਰਦਾ, ਤਾਂ ਉਹ ਇਹ ਜਿਹੜੇ ਸਕਲੀਰਨਕਾਈਮੇਟਸ ਸੈਲਸ ਹੈ ਇਹਨੂੰ ਮਕੈਨੀਕਲ ਸਪੋਰਟ ਪ੍ਰੋਵਾਈਡ ਕਰਦੇ ਹੈ। ਇਹ ਹੋ ਗਏ ਆਪਣੇ ਕੋਲ ਸਿੰਪਲ ਪਰਮਾਨੈਂਟ ਟਿਸ਼ੂ। ਆ ਦੇਖੋ ਵੇਰੀਅਸ ਡਾਇਗਰਾਮਸ ਆ ਹੇਅਰ। ਇਹਦੇ ਵਿੱਚ ਸਭ ਤੋਂ ਪਹਿਲਾਂ ਪੈਰਨਕਾਈਮੇਟਸ ਸੈਲਸ ਦੀ ਹੈ, ਜਿਹਦੇ ਵਿੱਚ ਆਪਾਂ ਹੁਣੇ ਕੀਤਾ ਕਿ ਇਹ ਸੈਲੂਲੋਜ਼ ਤੋਂ ਬਣੇ ਹੈ ਔਰ ਇਹਨਾਂ ਦੇ ਵਿੱਚ ਇੰਟਰਸੈਲੂਲਰ ਸਪੇਸਿਸ ਸਭ ਤੋਂ ਘੱਟ ਹੈ। ਇਸੇ ਤਰ੍ਹਾਂ ਕੋਲਨਕਾਈਮੇਟਸ ਹੈ, ਦੇਖੋ ਤੁਹਾਨੂੰ ਇਹਦੇ ਵਿੱਚ ਪਿੰਕ ਏਰੀਆਜ਼ ਜਿਹੜੇ ਹੈ ਉਹ ਦਿਖ ਰਹੇ ਹੋਣੇ ਹੈ, ਜਿਹੜਾ ਕਿ ਇਹ ਵਾਲੇ ਇਹ ਕੀ ਹੈ, ਇਹ ਆਪਣੇ ਕੋਲ ਡਿਪੋਜ਼ਿਸ਼ਨਸ ਹੈ, ਠੀਕ ਹੈ, ਕੋਲਨਕਾਈਮੇਟਸ ਸੈਲਸ ਦੇ ਵਿੱਚ, ਠੀਕ ਹੈ। ਔਰ ਉਸ ਤੋਂ ਬਾਅਦ ਜਿਹੜਾ ਥਰਡ ਹੈ ਸਕਲੀਰਨਕਾਈਮੇਟਸ ਦੇ ਵਿੱਚ ਜਿਹੜੀ ਡਿਪੋਜ਼ਿਸ਼ਨ ਹੈ ਉਹ ਲਿਗਨਿਨ ਦੀ ਹੁੰਦੀ ਹੈ, ਠੀਕ ਹੈ। ਜਿਵੇਂ ਫਸਟ ਦੇ ਵਿੱਚ ਸੈਲੂਲੋਜ਼ ਦੀ ਪੈਰਨਕਾਈਮੇਟਸ ਦੇ ਵਿੱਚ, ਕੋਲਨਕਾਈਮੇਟਸ ਦੇ ਵਿੱਚ ਸੈਲੂਲੋਜ਼, ਹੈਮੀਸੈਲੂਲੋਜ਼ ਔਰ ਪੈਕਟਿਨ ਸੀ, ਔਰ ਲਾਸਟ ਸਕਲੀਰਨਕਾਈਮੇਟਸ ਦੇ ਵਿੱਚ ਜਿਹੜਾ ਹੈ ਆਪਣੇ ਕੋਲ ਲਿਗਨਿਨ ਦੀ ਡਿਪੋਜ਼ਿਸ਼ਨ ਹੈ। ਇਹ ਰਹੇ ਵੇਰੀਅਸ ਫੰਕਸ਼ਨਸ ਜਿਹੜੇ ਕਿ ਆਪਾਂ ਕੀਤੇ ਆ ਪੈਰਨਕਾਈਮਾ, ਕੋਲਨਕਾਈਮਾ ਔਰ ਸਕਲੀਰਨਕਾਈਮਾ ਦੇ। ਤਿੰਨੋਂ ਹੀ ਜਿਹੜੇ ਹੈ ਪਲਾਂਟਸ ਦੇ ਵਿੱਚ ਜਿਹੜੇ ਆਪਣੇ ਕੋਲ ਪ੍ਰੈਜ਼ੈਂਟ ਹੈ। ਜਿਹੜਾ ਪੈਰਨਕਾਈਮਾ ਹੈ ਸੌਫਟ ਪਾਰਟਸ ਵਿੱਚ ਹੈ, ਸਕਲੀਰਨਕਾਈਮਾ ਜਿਹੜਾ ਹੈ ਆਪਣੇ ਕੋਲ ਇਹ ਮੈਚਿਓਰ ਪਾਰਟਸ ਵਿੱਚ ਹੈ ਪਲਾਂਟ ਦੇ, ਅਤੇ ਕੋਲਨਕਾਈਮਾ ਜਿਹੜਾ ਹੈ ਇਹ ਪੈਟਿਓਲ, ਲੀਵਸ ਔਰ ਯੰਗ ਸਟੈਮਸ 'ਚ ਪਾਇਆ ਜਾਂਦਾ ਹੈ। ਇਹਨਾਂ ਵਿੱਚੋਂ ਪੈਰਨਕਾਈਮੇਟਸ ਸੈਲਸ ਜਿਹੜੇ ਅਨਸਪੈਸ਼ਲਾਈਜ਼ਡ ਸੈਲਸ ਹੈ, ਤੁਹਾਨੂੰ ਦੱਸਿਆ ਕਿ ਜਦੋਂ ਵੀ ਜ਼ਰੂਰਤ ਪੈਂਦੀ ਹੈ ਇਹ ਕਿਸੇ ਵੀ ਦੂਸਰੇ ਸੈਲਸ ਦੇ ਵਿੱਚ ਜਿਹੜਾ ਹੈ ਕਨਵਰਟ ਹੋ ਸਕਦਾ ਹੈ। ਪੈਰਨਕਾਈਮੇਟਸ ਸੈਲ ਥਿਨ ਸੈਲ ਵਾਲ ਦੇ ਹੈ, ਸੇਮ ਵੇ ਕੋਲਨਕਾਈਮਾ ਵੀ ਜਿਹੜੇ ਹੈ ਵੀ ਥਿਨ ਸੈਲ ਵਾਲ ਹੈ, ਲੇਕਿਨ ਜਿਹੜੇ ਸਕਲੀਰਨਕਾਈਮੇਟਸ ਹੈ ਇਹਨਾਂ ਦੇ ਵਿੱਚ ਲਿਗਨਿਨ ਹੈ ਜਿਹੜੀ ਕਿ ਇਹਨੂੰ ਥਿਕ ਜਿਹੜੀ ਅਪੀਅਰੈਂਸ ਹੈ ਉਹ ਦਿੰਦੀ ਹੈ। ਇਸੇ ਤਰ੍ਹਾਂ ਡਿਪੋਜ਼ਿਸ਼ਨ ਆਪਾਂ ਕਰ ਲਈ, ਪੈਰਨਕਾਈਮੇਟਸ ਦੇ ਵਿੱਚ ਸੈਲੂਲੋਜ਼ ਹੈ, ਕੋਲਨਕਾਈਮਾ ਦੇ ਵਿੱਚ ਸੈਲੂਲੋਜ਼ ਤੇ ਪੈਕਟਿਨ ਹੈ, ਸਕਲੀਰਨਕਾਈਮਾ ਦੇ ਵਿੱਚ ਲਿਗਨਿਨ ਹੈ। ਇਸੇ ਤਰ੍ਹਾਂ ਇੰਟਰਸੈਲੂਲਰ ਸਪੇਸਿਸ ਹੈ, ਪੈਰਨਕਾਈਮਾ ਦੇ ਵਿੱਚ ਇਹ ਬਹੁਤ ਘੱਟ ਹੈ, ਸੇਮ ਵੇ ਕੋਲਨਕਾਈਮਾ ਦੇ ਵਿੱਚ ਵੀ ਬਹੁਤ ਘੱਟ ਇੰਟਰਸੈਲੂਲਰ ਸਪੇਸਿਸ ਹੈ, ਸਕਲੀਰਨਕਾਈਮੇਟਸ ਦੇ ਵਿੱਚ ਬਿਲਕੁਲ ਹੀ ਕਿਸੇ ਤਰ੍ਹਾਂ ਦੀ ਇੰਟਰਸੈਲੂਲਰ ਸਪੇਸ ਨਹੀਂ ਪ੍ਰੈਜ਼ੈਂਟ, ਕਿਉਂਕਿ ਇਹਦੇ ਵਿੱਚ ਲਿਗਨਿਨ ਦੀ ਡਿਪੋਜ਼ਿਸ਼ਨ ਆ ਗਈ ਹੈ, ਉਹਦੇ ਕਰਕੇ ਸਪੇਸ ਬਿਲਕੁਲ ਹੀ ਖਤਮ ਹੋ ਗਈ। ਇਸੇ ਤਰ੍ਹਾਂ ਜਿਹੜੇ ਪੈਰਨਕਾਈਮਾ ਔਰ ਕੋਲਨਕਾਈਮਾ ਦੋਨਾਂ ਦੇ ਵਿੱਚ ਲਿਵਿੰਗ ਸੈਲਸ ਹੈ, ਲੇਕਿਨ ਸਕਲੀਰਨਕਾਈਮਾ ਜਿਹੜਾ ਹੈ ਇਹਦੇ ਵਿੱਚ ਡੈਡ ਸੈਲਸ ਪ੍ਰੈਜ਼ੈਂਟ ਹੈ। ਪੈਰਨਕਾਈਮੇਟਸ ਸੈਲਸ ਦਾ ਮੇਨ ਫੰਕਸ਼ਨ ਜਿਹੜਾ ਹੈ ਫੋਟੋਸਿੰਥੇਸਿਸ, ਫੂਡ ਸਟੋਰੇਜ, ਗੈਸ ਐਕਸਚੇਂਜ ਵਗੈਰਾ ਹੈ, ਜਦਕਿ ਕੋਲਨਕਾਈਮਾ ਜਿਹੜਾ ਹੈ ਮਕੈਨੀਕਲ ਸਪੋਰਟ ਦੇ ਰਿਹਾ ਪਲਾਂਟਸ ਨੂੰ, ਠੀਕ ਹੈ। ਜਿਵੇਂ ਵਿੰਡ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਹੈ ਕਿੱਦਾਂ ਪਲਾਂਟ ਨੂੰ ਸਟਰੈਚ ਕਰਕੇ ਰੱਖਣਾ ਹੈ, ਉਹਨੂੰ ਗਿਰਨ ਨਹੀਂ ਦਿੰਦਾ। ਇਸੇ ਤਰ੍ਹਾਂ ਸਕਲੀਰਨਕਾਈਮੇਟਸ ਜਿਹੜਾ ਹੈ ਇਹ ਵੀ ਸਪੋਰਟ ਔਰ ਪ੍ਰੋਟੈਕਸ਼ਨ ਪ੍ਰੋਵਾਈਡ ਕਰ ਰਿਹਾ ਹੈ, ਜਦੋਂ ਵਾਟਰ ਹੈ ਉਹਦੀ ਟਰਾਂਸਪੋਰਟੇਸ਼ਨ ਲਈ, ਨਿਊਟਰੀਐਂਟਸ ਹੈ ਉਹਨਾਂ ਨੂੰ ਸਪਲਾਈ ਕਰਨ ਦੇ ਲਈ ਇੱਕ ਸਪੋਰਟ ਹੈ ਉਹ ਪ੍ਰੋਵਾਈਡ ਕਰ ਰਿਹਾ ਹੈ। ਉਸ ਤੋਂ ਬਾਅਦ ਹੈ ਆਪਣੇ ਕੋਲ ਕੰਪਲੈਕਸ ਟਿਸ਼ੂ। ਜਿੱਦਾਂ ਸਿੰਪਲ ਟਿਸ਼ੂ ਜਿਹੜਾ ਹੈ ਓਨਲੀ ਵਨ ਟਾਈਪ ਆਫ ਸੈਲਸ ਦਾ ਬਣਿਆ ਹੋਇਆ ਸੀ, ਕੰਪਲੈਕਸ ਟਿਸ਼ੂ ਇਜ਼ ਮੇਡ ਅਪ ਆਫ ਮੋਰ ਦੈਨ ਵਨ ਟਾਈਪ ਆਫ ਸੈਲਸ। ਔਰ ਜਿਹੜੇ ਕੰਪਲੈਕਸ ਟਿਸ਼ੂ ਦੇ ਮੇਨ ਪਾਰਟ ਹੈ ਉਹ ਕੀ ਹੈ ਆਪਣੇ ਕੋਲ ਜ਼ਾਈਲਮ ਐਂਡ ਫਲੋਇਮ। ਜ਼ਾਈਲਮ ਜਿਹੜਾ ਹੈ ਇਸ ਦਾ ਮੇਨ ਫੰਕਸ਼ਨ ਹੈ ਵਾਟਰ ਕੰਡਕਸ਼ਨ, ਔਰ ਇਹਦੇ ਮੇਨ 4 ਪਾਰਟਸ ਹੈ ਅੱਗੇ, ਟ੍ਰੈਕੀਜ਼, ਵੈਸਲਸ, ਜ਼ਾਈਲਮ ਫਾਈਬਰਸ ਐਂਡ ਜ਼ਾਈਲਮ ਪੈਰਨਕਾਈਮਾ। और फ्लोएम दे भी 4 ही पार्ट्स हैं, सीव एलिमेंट्स, कंपेनियन सैल्स, फ्लोएम पैरनकाइमा एंड फ्लोएम फाइबर्स। हुण इस विच असीं सब तो पहला पढ़ांगे जाइलम। मेन फंक्शन
इट ट्रांसपोर्ट्स वाटर एंड मिनरल्स। मीनस प्लांट्स ਦੇ ਵਿੱਚ ਦੇਖੋ ਦੋ ਮੇਨ ਕੰਮ ਹੈ। ਇੱਕ ਤਾਂ ਉਹਦੇ ਵਿੱਚ ਜਿਹੜਾ ਹੈ ਵਾਟਰ ਦੀ ਕੰਡਕਸ਼ਨ ਚਾਹੀਦੀ ਹੈ ਕਿਉਂਕਿ ਰੂਟਸ ਵਾਟਰ ਨੂੰ ਐਬਜ਼ੌਰਬ ਕਰ ਰਹੇ ਹੈ ਔਰ ਆਪਾਂ ਨੂੰ ਪਤਾ ਹੈ ਕਿ ਪੂਰੇ ਪਲਾਂਟ ਨੇ ਜਿਹੜਾ ਹੈ ਫੂਡ ਹੈ ਉਹ ਲੀਵਸ ਦੇ ਵਿੱਚ ਸਿੰਥੇਸਾਈਜ਼ ਹੋ ਰਿਹਾ, ਕਲੋਰੋਫਿਲ ਲੀਵਸ ਕੋਲ ਪ੍ਰੈਜ਼ੈਂਟ ਹੈ। ਇਸ ਲਈ ਵਾਟਰ ਰੂਟਸ ਤੋਂ ਲੈ ਕੇ ਲੀਵਸ ਤੱਕ ਪਹੁੰਚਣਾ ਹੈ, ਵਾਟਰ ਔਰ ਮਿਨਰਲਸ ਦੀ ਟਰਾਂਸਪੋਰਟੇਸ਼ਨ ਜਿਹੜੀ ਹੈ ਉਹ ਹੋਣੀ ਹੈ, ਉਹਨੂੰ ਕੌਣ ਕਰੇਗਾ? ਜ਼ਾਈਲਮ ਕਰੇਗਾ। ਦੂਸਰੀ ਹੈ ਲੀਵ ਤੋਂ ਫੂਡ ਕੰਡਕਸ਼ਨ, ਜਿਹੜਾ ਕਿ ਨੈਕਸਟ ਪਾਰਟ ਇਹਦਾ ਫਲੋਇਮ ਹੈ ਉਹ ਕਰੇਗਾ। ਠੀਕ ਹੈ, ਹੁਣ ਜ਼ਾਈਲਮ ਦੇ ਵਿੱਚ ਜਿਹੜੇ ਵੇਰੀਅਸ ਸੈਲਸ ਹੈ ਉਹ ਆਪਾਂ ਦੇਖਾਂਗੇ। ਇਹਦੇ ਵਿੱਚ ਇੱਕ ਤਾਂ ਟ੍ਰੈਕੀਡਸ ਹੁੰਦੀਆਂ ਹੈ, ਦੂਸਰੀਆਂ ਵੈਸਲਸ ਹੈ, ਤੀਸਰਾ ਜ਼ਾਈਲਮ ਫਾਈਬਰਸ ਹੈ ਜਿਹੜੀਆਂ ਕਿ ਸਕਲੇਰਨਕਾਈਮਸ ਸੈਲਸ ਤੋਂ ਬਣੀਆਂ ਹੋਈਆਂ ਔਰ ਚੌਥਾ ਜ਼ਾਈਲਮ ਪੈਰਨਕਾਈਮਾ ਹੈ। ਇਹਦੇ ਵਿੱਚ ਦੇਖੋ ਹੁਣ ਜਿਹੜੇ 4 ਇਹਦੇ ਪਾਰਟਸ ਹੈ ਉਹਨਾਂ ਦੇ ਫੰਕਸ਼ਨ ਦੇਖੀਏ। ਜਿਹੜੀਆਂ ਜ਼ਾਈਲਮ ਵੈਸਲਸ ਹੈ, ਜ਼ਾਈਲਮ ਵੈਸਲਸ ਦਾ ਮੇਨ ਕੀ ਫੰਕਸ਼ਨ ਹੈ? ਇਹ ਮੇਨ ਕੰਡਕਟਿੰਗ ਸੈਲਸ ਹੈ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੇ ਆਹ ਪਾਰਟ ਹੈ ਸਾਰਾ ਇਹ ਵਾਲਾ, ਇਹ ਕੀ ਹੈ ਆਪਣੇ ਕੋਲ? ਜ਼ਾਈਲਮ ਵੈਸਲਸ। ਔਰ ਇਹ ਪਾਰਟ ਜਿਹੜਾ ਹੈ ਇਹ ਕੀ ਹੈ ਆਪਣੇ ਕੋਲ? ਜ਼ਾਈਲਮ ਟ੍ਰੈਕੀਡਸ। ਜ਼ਾਈਲਮ ਵੈਸਲਸ ਮੇਨ ਕੰਡਕਟਿੰਗ ਸੈਲਸ ਹੈ, ਜ਼ਾਈਲਮ ਟ੍ਰੈਕੀਡਸ ਹੈ ਇਹ ਵੀ ਵਾਟਰ ਹੀ ਕੰਡਕਟ ਕਰਦੀਆਂ ਹੈ ਬਟ ਇਹ ਵੈਸਲਸ ਦੇ ਨਾਲ ਜਿਹੜੀਆਂ ਹੈ ਇਹ ਇੰਨੀਆਂ ਅਡੈਪਟ ਨਹੀਂ ਹੁੰਦੀਆਂ ਇਸ ਕੰਮ ਲਈ। ਥਰਡ ਹੈ ਜ਼ਾਈਲਮ ਫਾਈਬਰਸ ਜਿਹੜੀਆਂ ਕਿ ਸਪੋਰਟ ਕਰ ਰਹੀਆਂ ਹੈ, ਠੀਕ ਹੈ, ਵਾਟਰ ਟਰਾਂਸਪੋਰਟੇਸ਼ਨ 'ਚ ਹੈਲਪ ਨਹੀਂ ਕਰਦੀਆਂ ਬਟ ਸਪੋਰਟ ਕਰ ਰਹੀਆਂ ਹੈ ਵਾਟਰ ਟਰਾਂਸਪੋਰਟੇਸ਼ਨ ਦੇ ਵਿੱਚ। ਫੋਰਥ ਹੈ ਜ਼ਾਈਲਮ ਪੈਰਨਕਾਈਮਾ, ਇਹ ਕੀ ਹੈ? ਇਹ ਪੈਕਿੰਗ ਟਿਸ਼ੂ ਹੈ। ਇਹ ਉਹੀ ਪੈਰਨਕਾਈਮੇਟਸ ਸੈਲਸ ਹੈ ਜਿਹੜੇ ਆਪਾਂ ਸਿੰਪਲ ਟਿਸ਼ੂ 'ਚ ਕੀਤੇ, ਹੁਣ ਇਹ ਜ਼ਾਈਲਮ ਦਾ ਵੀ ਪਾਰਟ ਇੱਥੇ ਬਣਾ ਰਹੇ ਹਨ ਕਿਉਂਕਿ ਆਪਾਂ ਪਹਿਲਾਂ ਹੀ ਕੀਤਾ ਕਿ ਇਹ ਜਿਹੜੇ ਹੈ ਡਿਫਰੈਂਟ ਪੈਕੇਜਿੰਗ ਦੇ ਕੰਮ ਆਉਂਦੇ ਹਨ। ਉਸ ਤੋਂ ਬਾਅਦ ਜਿਹੜੇ ਇਹਦੇ 'ਚ ਇੱਕ ਖਾਸ ਚੀਜ਼ ਹੈ ਕਿ ਵੈਸਲਸ ਔਰ ਟ੍ਰੈਕੀਡਸ ਇਹ ਡੈਡ ਸੈਲਸ ਹੈ। ਇਹ ਜਿਹੜੇ ਹੈ ਵੈਸਲਸ ਔਰ ਟ੍ਰੈਕੀਡਸ ਜਿਹੜੇ ਹੈ ਇਹ ਡੈਡ ਸੈਲਸ ਹੈ ਜਿਨ੍ਹਾਂ ਦੇ ਵਿੱਚੋਂ ਦੀ ਵਾਟਰ ਟਰੈਵਲ ਕਰਦਾ ਹੈ। ਇਹਨਾਂ ਦੇ ਸਟਰਕਚਰਸ ਦੇਖੋ, ਫਸਟ ਵਨ ਹੈ ਟ੍ਰੈਕੀਡਸ, ਸੈਕਿੰਡ ਹੈ ਵੈਸਲਸ, ਥਰਡ ਹੈ ਜ਼ਾਈਲਮ ਪੈਰਨਕਾਈਮਾ ਜਿਹੜਾ ਕਿ ਇਹਨੂੰ ਪੈਕੇਜਿੰਗ ਦਾ ਕੰਮ ਕਰੇਗਾ ਇੱਥੇ, ਔਰ ਫੋਰਥ ਹੈ ਜ਼ਾਈਲਮ ਫਾਈਬਰਸ। ਜ਼ਾਈਲਮ ਪੈਰਨਕਾਈਮਾ ਪੈਰਨਕਾਈਮੇਟਸ ਸੈਲ ਤੋਂ, ਜ਼ਾਈਲਮ ਫਾਈਬਰ ਸਕਲੇਰਨਕਾਈਮੇਟਸ ਸੈਲ ਤੋਂ ਬਣੀਆਂ ਹੁੰਦੀਆਂ। ਉਸ ਤੋਂ ਬਾਅਦ ਜ਼ਾਈਲਮ ਦੇ ਵਿੱਚ ਦੇਖੋ ਕੁਝ ਜ਼ਾਈਲਮ ਜਿਹੜਾ ਹੈ, ਜਿਹੜਾ ਪ੍ਰਾਇਮਰੀ ਜ਼ਾਈਲਮ ਹੈ ਇਹ ਇੱਕ ਜ਼ਾਈਲਮ ਦੀ ਅਰਲੀ ਸਟੇਜ ਹੁੰਦੀ ਹੈ ਡਿਵੈਲਪਮੈਂਟ ਦੀ। ਮੀਨਸ ਜਦੋਂ ਸਟਾਰਟਿੰਗ ਦੇ ਵਿੱਚ ਜਦੋਂ ਜ਼ਾਈਲਮ ਬਣਿਆ ਪ੍ਰਾਇਮਰੀ ਜ਼ਾਈਲਮ, ਜਦੋਂ ਸੈਕੰਡਰੀ ਗਰੋਥ ਹੁੰਦੀ ਹੈ ਉਸ ਟਾਈਮ 'ਤੇ ਸੈਕੰਡਰੀ ਜ਼ਾਈਲਮ ਬਣੇਗਾ। ਪ੍ਰਾਇਮਰੀ ਜ਼ਾਈਲਮ ਦੇ ਵਿੱਚ ਜਿਹੜਾ ਪਾਰਟ ਸੈਂਟਰ ਦੇ ਵੱਲ ਹੈ, ਠੀਕ ਹੈ, ਫਸਟ ਬਣ ਰਿਹਾ ਹੈ ਉਹ ਹੈ ਪ੍ਰੋਟੋਜ਼ਾਈਲਮ ਔਰ ਜਿਹੜਾ ਬੈਕ 'ਤੇ ਹੈ ਉਹ ਹੈ ਮੈਟਾਜ਼ਾਈਲਮ। ਠੀਕ ਹੈ, ਫਸਟ ਫਾਰਮ ਪ੍ਰਾਇਮਰੀ ਜ਼ਾਈਲਮ ਐਲੀਮੈਂਟਸ ਨੂੰ ਪ੍ਰੋਟੋਜ਼ਾਈਲਮ ਕਿਹਾ ਜਾਂਦਾ ਹੈ ਔਰ ਜਿਹੜੇ ਬਾਅਦ ਦੇ ਵਿੱਚ ਪ੍ਰਾਇਮਰੀ ਜ਼ਾਈਲਮ ਬਣਦਾ ਹੈ ਉਹਨੂੰ ਮੈਟਾਜ਼ਾਈਲਮ ਕਿਹਾ ਜਾਂਦਾ ਹੈ। ਇਹਦੇ 'ਚ ਤੁਸੀਂ ਡਾਇਗਰਾਮ 'ਚ ਦੇਖ ਸਕਦੇ ਹੋ ਜਿਹੜਾ ਅੱਗੇ ਸਮਾਲਰ ਵਨਸ ਹੈ ਪ੍ਰੋਟੋਜ਼ਾਈਲਮ ਔਰ ਪਿੱਛੇ ਜਿਹੜਾ ਹੈ ਉਹ ਹੈ ਮੈਟਾਜ਼ਾਈਲਮ। ਨੈਕਸਟ ਹੈ ਆਪਣੇ ਕੋਲ ਫਲੋਇਮ। ਫਲੋਇਮ ਦੇ ਵਿੱਚ ਦੇਖੋ 4 ਪਾਰਟਸ हैं, sieve elements, companion cells, fibers and parenchyma। ਹੁਣ ਫਲੋਇਮ ਦਾ ਕੀ ਫੰਕਸ਼ਨ ਹੁੰਦਾ ਹੈ? ਫਲੋਇਮ ਆਪਾਂ ਜਿਵੇਂ ਪਹਿਲਾਂ ਕੀਤਾ ਕਿ ਜ਼ਾਈਲਮ ਜਿਹੜਾ ਹੈ ਉਹ ਵਾਟਰ ਕੰਡਕਸ਼ਨ ਦੇ ਲਈ ਹੈ, ਰੂਟਸ ਤੋਂ ਲੀਵਸ ਤੱਕ ਵਾਟਰ ਔਰ ਮਿਨਰਲਸ ਲੈ ਕੇ ਜਾਣ ਦਾ ਕੰਮ ਜਿਹੜਾ ਹੈ ਉਹ ਜ਼ਾਈਲਮ ਦਾ ਹੈ। ਇਸੇ ਤਰ੍ਹਾਂ ਲੀਵਸ ਜਿਹੜਾ ਫੂਡ ਸਿੰਥੇਸਾਈਜ਼ ਕਰਦੇ ਹਨ ਉਸ ਫੂਡ ਮਟੀਰੀਅਲਸ ਲੀਵਸ ਤੋਂ ਅਦਰ ਪਾਰਟਸ ਆਫ ਪਲਾਂਟ ਤੱਕ ਲਿਜਾਣ ਦਾ ਕੰਮ ਜਿਹੜਾ ਹੈ ਉਹ ਫਲੋਇਮ ਦਾ ਹੈ। ਅਗਰ ਆਪਾਂ ਫਲਾਵਰਿੰਗ ਪਲਾਂਟਸ ਦੇ ਵਿੱਚ ਦੇਖੀਏ ਤਾਂ ਫਲੋਇਮ ਜਿਹੜਾ ਹੈ ਐਂਜੀਓਸਪਰਮਸ ਦੇ ਵਿੱਚ 4 ਐਲੀਮੈਂਟਸ ਤੋਂ 4 ਕੰਪੋਨੈਂਟਸ ਤੋਂ ਮਿਲ ਕੇ ਬਣਿਆ ਹੈ। ਕਿਹੜੇ? ਸੀਵ ਐਲੀਮੈਂਟਸ, ਕੰਪੈਨੀਅਨ ਸੈਲਸ, ਫਾਈਬਰਸ ਤੇ ਫਲੋਇਮ ਪੈਰਨਕਾਈਮਾ। ਜਿਮਨੋਸਪਰਮਸ ਦੇ ਵਿੱਚ ਲਾਸਟ ਜਿਹੜੇ ਇਹਦੇ ਪਾਰਟਸ ਨੇ ਸੀਵ ਟਿਊਬਸ ਤੇ ਕੰਪੈਨੀਅਨ ਸੈਲਸ, ਇਹ 2 ਪਾਰਟਸ ਜਿਹੜੇ ਹੈ ਨਹੀਂ ਹੁੰਦੇ, ਲਾਸਟ ਵਾਲੇ 2 ਪਾਰਟਸ ਫਾਈਬਰਸ ਤੇ ਪੈਰਨਕਾਈਮਾ ਹੀ ਜਿਮਨੋਸਪਰਮਸ ਵਿੱਚ ਪ੍ਰੈਜ਼ੈਂਟ ਹੁੰਦੇ ਹਨ। ਇਹ ਦੇਖੋ ਇਹ ਵਿੱਚ 4 ਐਲੀਮੈਂਟਸ ਇਸ ਡਾਇਗਰਾਮ 'ਚ ਕਲੀਅਰਲੀ ਦਿਖ ਰਹੇ हैं। ਜਿਹੜੇ ਬਿਲਕੁਲ ਆਊਟਰ ਸੈਲਸ हैं वो की है फ्लोएम पैरेन्काइमा और
जी इनर लेयर आ गई कंपेनियन सेल्स। कंपेनियन सेल्स अंदर की होल्ड कर रहे ने सीव ट्यूब्स ਨੂੰ। सीव ट्यूब्स के एंड ते सीव प्लेट है जिहड़ी कि हुंदी है। जिन्ने भी अपने कोल सीव ट्यूब्स हैं इन्हां दा फंक्शन की हुंदा है, ये बेसिकली कंपेनियन सेल्स तो कंट्रोल होंदी है। कंपेनियन सेल्स बेसिकली पेरेनकाइमेटस सेल्स ही हैं जिहड़े कि सीव ट्यूब एलीमेंट्स के नाल क्लोजली एसोसीएट होंदे हैं। सीव ट्यूब एलीमेंट्स ते कंपेनियन सेल्स दोनों ही आपस दे विच जिहड़ियां लॉन्गिट्यूडनल वॉल्स दे नाल जिहड़े हैं कनैक्टेड हैं। कंपेनियन सेल्स दे हेल्प इन मेनटेनिंग प्रेशर ग्रेडियंट इन सीव ट्यूब्स। इसी तरह जिहड़े आउटर फ्लोएम पेरेनकाइमा है दे आर मेड अप ऑफ इलोंगेटेड टेपरिंग सिलेंड्रिकल सेल्स। इन्हां दे विच काफ़ी डेंस साइटोप्लाज्म है, न्यूक्लियस प्रेजेंट है और जिहड़ी सैल वॉल है वो सैलूलोज की बनी हुई है और उहदे विच पिट्स प्रेजेंट है। फ्लोएम पेरेनकाइमा फूड मटीरियल्स नू स्टोर करता है नाल ही जिहड़े बाकी सबसटांसिस हैं जिवें प्लांट दे अदर स्टोर्ड फूड है रेजिन्स लेटेक्स म्यूसिलेज वो भी सारे फ्लोएम पेरेनकाइमा दे विच स्टोर हुंदे हन। फ्लोएम पेरेनकाइमा मोनोकोट्स दे विच मोनोकोटिलेडन्स दे विच एबसेंट हुंदा है। इसी तरह ये देखो डायग्राम ਇਹਦੇ ਵਿੱਚ अगेन एलिमेंट्स ਜਿਹੜੇ बड़े क्लीयरली विजिबल हैं। आउटर लेयर फ्लोएम पेरेनकाइमा है। फ्लोएम पेरेनकाइमा ਦੇ बिल्कुल नाल ही ਜਿਹੜੇ हैं कंपेनियन सेल्स हैं। कंपेनियन सेल्स ਜਿਹੜੇ हैं सीव ट्यूब एलिमेंट्स ਨੂੰ होल्ड कर रहे हैं और जिन्हां ਦੇ ਉੱਪਰ एंड ਤੇ ਜਿਹੜੇ हैं अपने ਕੋਲ सीव प्लेट्स हैं। ਹੁਣ ਇਹਨਾਂ ਦੀਆਂ प्रॉपर्टीज़ ਕੀ हैं फ्लोएम ਦੀਆਂ ਜਿਵੇਂ ਆਪਾਂ ਪਹਿਲਾਂ ਕਿਹਾ कि ट्रांसपोर्ट्स फूड मटीरियल्स। फ्लोएम दी जिहड़ियां मूवमेंट्स हैं ये टू वेज होंदियां। जाइलम ते फ्लोएम दे विच मेन डिफरेंस आ जांदा। जाइलम एक तां मेन वाटर कंडक्शन कर रहा है, ये फूड नू जिहड़ा है ट्रांसलोकेट कर रहा है, बट जाइलम दी जिहड़ी मूवमेंट है दैट इज़ ऑलवेज इन वन डायरैक्शन, यूनिडायरैक्शनल होंदी है क्योंकि जाइलम ने वाटर जिहड़ा है रूट्स टू लीव्स वाल ही लैके जाना है। ठीक है, सो डायरैक्शन इज़ ऑलवेज रूट्स टू लीव्स। लेकिन फ्लोएम दी प्रॉपर्टीज़ की हैं ये बोथ वेज जिहड़ा है मूवमेंट करता है। ਇਹਦੇ ਵਿੱਚ सीव एलिमेंट सेल्स हैं जिहड़े कि अगे ट्यूब्स बना रहे हैं। कनैक्टिंग सीव सेल्स जिहड़े हैं ऊपर हाईली परफोरेटेड सीव प्लेट्स है। तुसीं ਇਹਦੇ ਵਿੱਚ देख सकते हो कि पिट्स प्रेजेंट है, सेंटर ਦੇ ਵਿੱਚ पार्टीशंस हैं और एक ही है सीव प्लेट्स हैं। सीव प्लेट्स अगे इन्हों सपोर्ट कौन कर रहा है कंपेनियन सेल्स जिहड़े कि लोडिंग और अनलोडिंग हेल्प करते हैं। इसी तरह जिहड़ी सैप है सैल दे विच जिहड़ा ओहदा लिक्विड कंटेंट है ओहदी मूवमेंट नू जिहड़ा है अगे हाइड्रोस्टैटिक प्रैशर जिहड़ा है जाइलम वालों प्रोवाइड किया जाता है। उस तो बाद जिस तरह आप जाइलम देखिया सी कि प्राइमरी जाइलम और सैकेंडरी जाइलम जिहड़ा पहला फॉर्म हुंदा प्राइमरी जाइलम, इसी तरह इत्थे भी फ्लोएम जिहड़ा है प्राइमरी फ्लोएम एंड सैकेंडरी फ्लोएम जिहड़ा फर्स्ट फॉर्म्ड है वो प्राइमरी फ्लोएम है और जिहड़ा आफ्टरवर्ड्स लेटर ऑन फॉर्म हुंदा सैकेंडरी फ्लोएम है। प्राइमरी फ्लोएम दे विच भी अगे जिहड़ा वेरी फर्स्ट पार्ट फॉर्म हुंदा है वो प्रोटोफ्लोएम है। ठीक है, क्योंकि ये फर्स्टली फॉर्म हुंदा है, विच नैरो सीव ट्यूब्स हुंदियां इहनूं प्रोटोफ्लोएम कहा जाता है। और जिहड़ा लेटर वन बनता है बाद विच बनता है जिहदे विच बिगर सीव ट्यूब्स हुंदियां उसनूं मैटाफ्लोएम कहा जाता है। तो बेटा ये सीगा अपने कोल परमानेंट टिश्यूज़। हुण इहदे विच तुसीं जाइलम और फ्लोएम देखिया तो इहदे विच आपां मेन देखिए इहदे करैक्टरिस्टिक्स दोनों दे मेन की सीगे कि प्लांट्स को जिहड़े हैं दो ट्रांसपोर्ट सिस्टम है, एक जाइलम और एक फ्लोएम, दोनों ही परमानेंट टिश्यूज़ हैं। जाइलम जिहड़ा है वो वाटर ते न्यूट्रीएंट्स जिहड़ा ट्रांसपोर्ट कर रहा है प्लांट नू सॉइल तो। ठीक है, और इसी तरह फ्लोएम जिहड़ा है ये शुगर या आप कहिए जिहड़ा फूड है प्लांट का सिंथेसाइज होया उन्होंने थ्रू आउट द प्लांट जिहड़ा है ये ट्रांसपोर्ट कर रहे हैं। जाइलम ते फ्लोएम दोनों ही ट्यूबुलर पाथवेज हैं, ट्यूब्स की तरह जिहड़े हैं ये बने हुए हैं जिन्हां दे विचों फ्लूइड्स फ्लो कर रहे हैं। ठीक है, और ये कंटिन्यूस फ्लो करते हैं रूट स्टैम और लीफ दे विच।
जाइलम और फ्लोएम दोनों ही मिलके वस्कुलर सिस्टम बनाते हैं प्लांट्स का। मीनस जिहड़ा परमानेंट टिश्यू है प्लांट का वो जिहड़ा है कंपलैक्स परमानेंट टिश्यू है वो वस्कुलर सिस्टम बनाता है प्लांट्स का। हुण इहनूं आपां रीकैप कर लीए। आपां अज कीता प्लांट टिश्यू जिहदियां कि दो टाइप्स है मेरिस्टेमैटिक एंड परमानेंट। मेरिस्टेमैटिक टिश्यू डिवाइडिंग टिश्यू जिहदे कि सैल्स कैपेबल हैं सैल डिविजन दे एंड दे हैव टोटीपोटेंसी। टोटीपोटेंसी मीनस कोई भी सैल अगे किसी भी सैल दे विच जिहड़ा है ट्रांसफॉर्म हो सकता है। इसी तरह दूसरी तरफ है परमानेंट टिश्यू जिहदे विच कि मैच्योर सैल्स हैं जिन्हां दे विच सैल डिविजन नहीं हुंदी। मेरिस्टेमैटिक टिश्यू 3 पार्ट्स ਦੇ ਵਿੱਚ डिवाइडेड है। 3 टाइप्स का है एपिकल मैरिस्टम, लेटरल मैरिस्टम ते इंटरकैलरी मैरिस्टम। एपिकल मैरिस्टम जिहड़ा है वो रूट और स्टैम दियां टिप्स ते हुंदा है। लेटरल मैरिस्टम जिहड़ा है वो बार्क के नीचे, बार्क जिहड़ी आउटर लेयर है उहदे नीचे है और जिहड़ा है डाइकोट रूट्स और स्टैम्स दे विच जिहड़ा है हुंदा है। इंटरकैलरी इंटरनोड्स दे विच हुंदा स्टैम दियां। इसी तरह परमानेंट टिश्यू जिहड़ा है ये 2 टाइप्स का है सिंपल एंड कंपलैक्स। सिंपल टिश्यू सिंपल परमानेंट टिश्यू अगे 3 टाइप्स का पेरेन्काइमा, कोलेन्काइमा एंड स्क्लेरेन्काइमा। पेरेन्काइमा बेसिक टिश्यू जिहड़ा स्टोरेज फोटोसिंथेसिस च काम आंदा है जिन्हां दे विच वेरी लिटल इंटरसैलुलर स्पीसीज आर प्रेजेंट और इहदे विच सैलूलोज दियां डिपोजिशंस हुंदियां हैं। कोलेन्काइमा अगेन सैलूलोज, हेमीसैलूलोज और पैक्टिन दी डिपोजिशंस हैं। इंटरसैलुलर स्पीसीज बहुत घट होंदी है और ये मैकेनिकल सपोर्ट जिहड़ी है प्लांट नूं प्रोवाइड करता है। स्क्लेरेन्काइमा सैल्स ये डेड सैल्स हैं और इन्हां दे विच जिहड़े है कॉर्नर्स बहुत थिकनड हैं जिन्हां ते लिग्निन दी डिपोजिशन है और इन्हां सैल्स दे विच किसी तरह की इंटरसैलुलर स्पेसिस नहीं होंदियां। नैक्सट है कंपलैक्स टिश्यू, कंपलैक्स परमानेंट टिश्यू। ये 2 टाइप्स हैं फ्लोएम एंड जाइलम। आप पढ़ लिया ये कि जाइलम जिहड़ा है वो वाटर कंडक्शन लिए काम करता है। यूनिडायरैक्शनल फ्लो है, एक ही डायरैक्शन में फ्लो होंदा है। मीनस रूट्स टू लीव्स तक जिहड़ा है इन्हें वाटर ते मिनरल्स कंडक्ट करने हैं, ट्रांसपोर्ट करने हैं। और फ्लोएम जिहड़ा है उसका मेन काम जिहड़ा है फूड दी ट्रांसपोर्टेशन है और ये बोथ डायरैक्शंस दे विच करता है। जाइलम भी 4 पार्ट्स तो मिलके बनया होया है और फ्लोएम भी 4 पार्ट्स तो मिलके बनया है। जाइलम के 4 पार्ट्स जिहड़े हैं वो हैं ट्रकीज, वैसल्स, जाइलम फाइबर्स एंड जाइलम पेरेन्काइमा। एंड सेम वे फ्लोएम जिहड़े 4 पार्ट्स तो मिलके बनया है वो हैं सीव ट्यूब एलिमेंट्स, कंपेनियन सैल्स, फ्लोएम पेरेन्काइमा एंड फ्लोएम फाइबर्स। ये सी अपना प्लांट टिश्यूज़। थैंक यू।